ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਲੇਖਕ ਭਾਈ ਦਲਜੀਤ ਸਿੰਘ। 13ਵੇਂ ਭਾਗ ਵਿੱਚ ਸੁਣੋ ਤਹਿਖਾਨੇ ਵਾਲਾ ਕਾਰੋਬਾਰੀ, ਪੰਥਕ ਭਾਵਨਾ ਵਾਲਾ ਲਾਣਾ, ਬਜ਼ੁਰਗ ਹਿੰਦੂ ਜੋੜਾ ਅਤੇ 18 ਬਾਰੇ ਸਾਂਝਾ ਨੁਕਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹਿਖਾਨੇ ਵਾਲਾ ਕਾਰੋਬਾਰੀ। ਇਹ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸੰਨ 1991-92 ਦੀ ਗੱਲ ਹੈ, ਜਦੋਂ ਦਿਨੋਂ ਦਿਨ ਸਰਕਾਰ ਦਾ ਹੱਥ ਉੱਪਰ ਹੋ ਰਿਹਾ ਸੀ ਅਤੇ ਖਾੜਕੂ ਜਥੇ ਕਮਜ਼ੋਰ ਪੈ ਰਹੇ ਸਨ। ਭਾੜੇ ਦੇ ਟੋਲੇ ਅਤੇ ਪੁਲਿਸ ਦੇ ਖੁਫੀਆ ਦਸਤੇ ਬਹੁਤ ਸਰਗਰਮ ਸਨ। ਸਰਕਾਰ ਨੇ ਆਮ ਜਨਤਾ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਸੀ, ਜਿਸ ਕਰਕੇ ਹੁਣ ਸਿਰਫ ਤਕੜੇ ਬੰਦੇ ਹੀ ਠਾਰਾਂ ਦਿੰਦੇ ਸਨ। ਆਮ ਲੋਕ ਟਲਣ ਲੱਗ ਪਏ ਸਨ, ਕਿਉਂਕਿ ਮੁਖਬਰੀ ਅੱਗੇ ਨਾਲੋਂ ਬਹੁਤ ਵੱਧ ਗਈ ਸੀ। ਹਰਮਿੰਦਰ ਸਿੰਘ ਸੁਲਤਾਨਵਿੰਡ ਨੇ ਸ਼ਹਿਰ ਵਿੱਚ ਮੈਨੂੰ ਇੱਕ ਠਾਰ ਦਿੱਤੀ, ਜੋ ਆਪਣੇ ਸਮੇਂ ਵਿੱਚ ਮਸ਼ਹੂਰ ਵੈਲੀ ਰਿਹਾ ਸੀ। ਉਹਦਾ ਲੋਕਾਂ ਵਿੱਚ ਮਸ਼ਹੂਰ ਨਾਂ ਸੀ ਅਤੇ ਪੁਲਿਸ ਅਤੇ ਅਫਸਰਸ਼ਾਹੀ ਵਿੱਚ ਉੱਠਣ ਬੈਠਣ ਸੀ। ਮੈਂ ਇੱਥੇ ਸਿਰਫ 3 ਕੁ ਵਾਰ ਗਿਆ ਅਤੇ ਇੱਕ ਰਾਤ ਹੀ ਰਿਹਾ ਹਾਂ। ਕੋਠੀ ਕਾਫੀ ਵੱਡੀ ਸੀ ਅਤੇ ਥੋੜ੍ਹੇ ਹੀ ਜੀਅ ਰਹਿੰਦੇ ਸਨ। ਮੈਨੂੰ ਕਦੇ ਘਰ ਦਾ ਮਾਲਕ ਮਿਲਿਆ ਨਹੀਂ ਸੀ, ਕਿਉਂਕਿ ਉਹ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ। ਉਸ ਦੇ ਰਿਸ਼ਤੇਦਾਰ ਜਾਂ ਕੋਈ ਪਰਿਵਾਰ ਦਾ ਜੀਅ ਹੀ ਉੱਥੇ ਹੁੰਦਾ ਸੀ। ਮਾਲਕ ਨੂੰ ਤਾਂ ਸਾਡੇ ਬਾਰੇ ਪਤਾ ਸੀ, ਪਰ ਸ਼ਾਇਦ ਹੋਰਨਾਂ ਨੂੰ ਨਹੀਂ ਸੀ ਪਤਾ। ਇੱਥੇ ਸਾਡੇ ਲਈ ਇੱਕ ਖਾਸ ਕਮਰਾ ਸੀ, ਜਿਸ ਵਿੱਚ ਸਾਰੀਆਂ ਸਹੂਲਤਾਂ ਸਨ ਅਤੇ ਉੱਥੇ ਕੋਈ ਨਹੀਂ ਸੀ ਆਉਂਦਾ। ਇੱਕ ਵਫਾਦਾਰ ਨੌਕਰ ਹੀ ਸੇਵਾ ਪਾਣੀ ਕਰਦਾ ਸੀ। ਹਰਮਿੰਦਰ ਸਿੰਘ ਨੇ ਦੱਸਿਆ ਕਿ ਇਹ ਬੰਦਾ ਬੜਾ ਤਾਕਤਵਰ ਹੈ ਅਤੇ ਇੱਥੇ ਸੰਘਰਸ਼ ਦੇ ਬਹੁਤ ਦੁਸ਼ਮਣ ਵੀ ਆਉਂਦੇ ਹਨ। ਇਸ ਦੀ ਸਾਰਿਆਂ ਨਾਲ ਯਾਰੀ ਦੋਸਤੀ ਹੈ, ਪਰ ਆਪਣਾ ਵੀ ਪੂਰਾ ਸਤਿਕਾਰ ਕਰਦਾ ਹੈ ਅਤੇ ਪੂਰਾ ਭਰੋਸੇਯੋਗ ਹੈ। ਉੱਥੇ ਸਾਡੇ ਮੁੱਖ ਨਿਸ਼ਾਨੇ ਵਾਲੇ ਸਿਆਸਤਦਾਨ ਅਤੇ ਪੁਲਿਸ ਵਾਲੇ ਵੀ ਆ ਕੇ ਪਾਰਟੀਆਂ ਕਰਦੇ ਸਨ। ਅਸੀਂ ਬਸ ਇਹੋ ਖਿਆਲ ਰੱਖਣਾ ਸੀ ਕਿ ਕੋਈ ਇਹੋ ਜਿਹਾ ਬੰਦਾ ਨਾ ਟੱਕਰ ਜਾਵੇ। ਹੋਰ ਪੱਖਾਂ ਤੋਂ ਇਹ ਸਭ ਤੋਂ ਸੁਰੱਖਿਅਤ ਥਾਂ ਸੀ, ਕਿਉਂਕਿ ਇਸ ਜਗ੍ਹਾ ਬਾਰੇ ਪੁਲਿਸ ਸੋਚ ਵੀ ਨਹੀਂ ਸੀ ਸਕਦੀ। ਇੱਥੇ ਤਲਾਸ਼ੀ ਦਾ ਕੋਈ ਖਤਰਾ ਨਹੀਂ ਸੀ। ਅਸੀਂ ਘਰ ਦੇ ਪਿੱਛੋਂ ਦੀ ਜਾਂ ਸਿੱਧੇ ਹੀ ਗੱਡੀ ਵਿੱਚ ਬੈਠੇ ਅੰਦਰ ਆ ਸਕਦੇ ਸੀ। ਉੱਥੋਂ ਦੇ ਵਿਸ਼ਵਾਸਯੋਗ ਬੰਦਿਆਂ ਨੂੰ ਪਤਾ ਸੀ ਕਿ ਸਾਨੂੰ ਕਿਸੇ ਹੋਰ ਨਾਲ ਨਹੀਂ ਮਿਲਣ ਦੇਣਾ। ਕਮਾਂਡੋ ਫੋਰਸ ਦੇ ਹੋਰ ਕਈ ਸਿੰਘ ਵੀ ਇੱਥੇ ਲੋੜ ਪੈਣ 'ਤੇ ਆ ਜਾਂਦੇ ਸਨ। ਜੇ ਕੋਈ ਬੰਦਾ ਆਮ ਲੋਕਾਂ ਵਿੱਚ ਇਹ ਗੱਲ ਕਹੇ ਕਿ ਇੱਥੇ ਖਾੜਕੂ ਆਉਂਦੇ ਹਨ, ਤਾਂ ਕਿਸੇ ਨੇ ਵਿਸ਼ਵਾਸ ਨਹੀਂ ਕਰਨਾ ਸੀ। ਲੋਕਾਂ ਵਿੱਚ ਆਮ ਪ੍ਰਭਾਵ ਸੀ ਕਿ ਇਹ ਧਨਾੜ ਵੈਲੀ ਖਾੜਕੂਆਂ ਦੇ ਵਿਰੁੱਧ ਹੈ ਅਤੇ ਇਸ ਨੂੰ ਉਹਨਾਂ ਤੋਂ ਖਤਰਾ ਹੈ। ਸਮਗਲਰਾਂ ਅਤੇ ਵੈਲੀਆਂ ਨਾਲ ਸੰਬੰਧਿਤ ਇਹੋ ਜਿਹੇ ਬੰਦਿਆਂ ਨੂੰ ਮੈਂ ਪਹਿਲਾਂ ਵੀ ਜਾਣਦਾ ਸੀ। ਵੈਲੀਆਂ ਵਿੱਚ ਜਿਹੜੇ ਬੰਦਿਆਂ ਲਈ ਪੈਸਾ ਸਭ ਕੁਝ ਨਹੀਂ ਹੁੰਦਾ, ਉਹਨਾਂ ਲਈ ਅਣਖ, ਇੱਜ਼ਤ, ਬਚਨ ਅਤੇ ਦੋਸਤੀ ਜ਼ਿਆਦਾ ਵੱਡਾ ਰੁਤਬਾ ਰੱਖਦੀ ਹੈ। ਉਹ ਲੋਕ ਆਮ ਲੋਕਾਂ ਦੇ ਮੁਕਾਬਲੇ ਬਹੁਤ ਖਰੇ ਅਤੇ ਉੱਚੇ ਕਿਰਦਾਰ ਵਾਲੇ ਹੁੰਦੇ ਹਨ। ਇਹ ਲੋਕ ਸਭ ਤੋਂ ਔਖੇ ਸਮਿਆਂ ਵਿੱਚ ਵੀ ਸਾਥ ਨਹੀਂ ਛੱਡਦੇ। ਮੇਰਾ ਇਹੋ ਜਿਹੇ ਕਈ ਬੰਦਿਆਂ ਨਾਲ ਵਾਹ ਪਿਆ ਸੀ ਅਤੇ ਇਸ ਕਰਕੇ ਮੈਨੂੰ ਇਹ ਥਾਂ ਬਹੁਤ ਮਹਿਫੂਜ਼ ਲੱਗਦੀ ਸੀ। ਸਾਡੇ ਵਾਲੇ ਕਮਰੇ ਵਿੱਚ ਉਸ ਦੀ ਛੱਤ ਇਸ ਤਰ੍ਹਾਂ ਸੀ ਕਿ ਇੱਕ ਖਾਸ ਥਾਂ ਤੋਂ ਇੱਕ ਪੇਚ ਹਟਾ ਕੇ ਥੱਲੇ ਨੂੰ ਇੱਕ ਪੌੜੀ ਉੱਤਰ ਜਾਂਦੀ ਸੀ। ਇਸ ਪੌੜੀ ਨਾਲ ਉੱਪਰ ਛੱਤ ਚੜ੍ਹ ਕੇ ਕੋਈ 4x8 × 6 ਫੁੱਟ ਦਾ ਇੱਕ ਕੈਬਨ ਬਣਿਆ ਹੋਇਆ ਸੀ, ਜਿਹੜਾ ਆਵਾਜ਼ ਬੰਦ ਸੀ, ਜਿਸ ਵਿੱਚ ਗੱਦੇ ਲੱਗੇ ਹੋਏ ਸਨ। ਏਸੀ ਦੀ ਹਵਾ ਆਉਂਦੀ ਸੀ। ਟੀਵੀ, VCR, ਛੋਟਾ ਜਿਹਾ ਫਰਿੱਜ, ਤਾਸ਼, ਸ਼ਤਰੰਜ ਅਤੇ ਹੋਰ ਚੀਜ਼ਾਂ ਪਈਆਂ ਹੁੰਦੀਆਂ ਸਨ। ਜੇ ਕਿਤੇ ਖਤਰਾ ਹੋਵੇ ਜਾਂ ਤਲਾਸ਼ੀ ਹੋਵੇ ਤਾਂ ਤੁਸੀਂ ਉੱਪਰ ਚੜ੍ਹ ਕੇ ਪੌੜੀ ਉੱਪਰ ਖਿੱਚ ਲਓ ਅਤੇ ਅੰਦਰੋਂ ਨੱਟ ਕੱਸ ਦੇਵੋ। ਥੱਲੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਦਾ। ਇੱਥੇ 3 ਬੰਦੇ ਆਰਾਮ ਨਾਲ ਲੁਕ ਸਕਦੇ ਸਨ। ਇਹ ਪ੍ਰਬੰਧ ਉਹਨੇ ਆਪਣੇ ਲਈ ਕੀਤਾ ਸੀ, ਪਰ ਸਾਡੀ ਸੁਰੱਖਿਆ ਲਈ ਸਾਡੇ ਲਈ ਵੀ ਸਾਂਝਾ ਕਰ ਲਿਆ। ਜਦੋਂ 1992 'ਚ ਬਹੁਤ ਸਖਤੀ ਸੀ, ਉਦੋਂ ਕਈ ਵਾਰ ਸਿੰਘ ਇੱਥੇ ਆ ਜਾਂਦੇ। 1996 ਵਿੱਚ ਜਦੋਂ ਮੈਂ ਫੜਿਆ ਗਿਆ ਤਾਂ ਮੈਨੂੰ ਜੇਲ੍ਹ ਵਿੱਚ ਪਤਾ ਲੱਗਾ ਕਿ ਇਸ ਵੈਲੀ ਨੂੰ ਪੁਲਿਸ ਨੇ ਫੜ ਲਿਆ ਸੀ। ਕਿਸੇ ਤਰ੍ਹਾਂ ਉਹਨਾਂ ਨੂੰ ਸਾਡੇ ਇੱਥੇ ਆਉਣ ਬਾਰੇ ਪਤਾ ਲੱਗ ਗਿਆ ਸੀ, ਪਰ ਉਹ ਬੰਦਾ ਨਹੀਂ ਮੰਨਿਆ। ਪੁਲਿਸ ਨੇ ਬਹੁਤ ਵਕਤ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਵੀ ਰੱਖਿਆ ਅਤੇ ਉਸ ਦੇ ਘਰ ਵਾਲਿਆਂ ਤੋਂ ਬਹੁਤ ਪੈਸਾ ਵਸੂਲਿਆ। ਇਸ ਦੇ ਬਾਅਦ ਵੀ ਉਸ ਨੂੰ ਮਾਰ ਮੁਕਾਇਆ ਅਤੇ ਗੁੰਮਸ਼ੁਦਾ ਕਰਾਰ ਦੇ ਦਿੱਤਾ। ਇਹੋ ਜਿਹੇ ਬੰਦੇ ਪੰਜਾਬ ਵਿੱਚ ਹੋਰ ਵੀ ਸਨ, ਜਿਹੜੇ ਸਾਡੇ ਨਾਲ ਵੀ ਸਾਂਝ ਰੱਖਦੇ ਸਨ ਅਤੇ ਸਰਕਾਰ ਨਾਲ ਵੀ, ਅਤੇ ਆਪਣਾ ਕੰਮ ਵੀ ਕਰਦੇ ਸਨ। ਇਹਨਾਂ 'ਚੋਂ ਕੁਝ ਕੁ ਨੂੰ ਛੱਡ ਕੇ
ਬਹੁਤਿਆਂ ਨੇ ਸੰਘਰਸ਼ ਨਾਲ ਵਫਾ ਕਮਾਈ ਹੈ। ਬਹੁਤਿਆਂ ਦਾ ਸਰਕਾਰ ਨੂੰ ਪਤਾ ਵੀ ਨਹੀਂ ਲੱਗਿਆ ਕਿ ਉਹ ਦੋਵੇਂ ਪਾਸੇ ਸਬੰਧ ਰੱਖਦੇ ਸਨ। ਜਿਨ੍ਹਾਂ ਦਾ ਪਤਾ ਲੱਗਿਆ ਉਹਨਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ, ਆਪਣੀ ਜਾਨ ਵੀ ਕੁਰਬਾਨ ਕਰਨੀ ਪਈ। ਇਹਨਾਂ ਵਿੱਚੋਂ ਕਈਆਂ ਨੇ ਬੜੀ ਚੜ੍ਹਦੀ ਕਲਾ ਵਿੱਚ ਤਸ਼ੱਦਦ ਝੱਲਿਆ ਅਤੇ ਸ਼ਹਾਦਤ ਪ੍ਰਾਪਤ ਕੀਤੀ। ਪਰ ਆਮ ਲੋਕਾਈ ਇਹੋ ਹੀ ਸੋਚਦੀ ਹੈ ਕਿ ਇਹ ਸ਼ਾਇਦ ਪੁਲਿਸ ਦੇ ਲੈਣ ਦੇਣ 'ਚ ਮਾਰੇ ਗਏ। ਜਿਹੜੇ ਸਾਡੇ ਗੁਪਤ ਸਮਰਥਕ ਸਨ ਉਹਨਾਂ ਦੀ ਦੇਣ ਕਦੇ ਵੀ ਨਹੀਂ ਦਿੱਤੀ ਜਾ ਸਕਦੀ। ਖਾਲਸਾ ਪੰਥ ਨੂੰ ਸਦਾ ਇਹਨਾਂ ਵਫਾਦਾਰਾਂ ਉੱਤੇ ਮਾਣ ਰਹੇਗਾ ਅਤੇ ਪੰਥ ਇਹਨਾਂ ਨੂੰ ਸਦਾ ਆਪਣੀ ਯਾਦ ਵਿੱਚ ਸੰਭਾਲ ਕੇ ਰੱਖੇਗਾ। ਪੰਥਕ ਭਾਵਨਾ ਵਾਲਾ ਲਾਣਾ। ਇੱਕ ਵੱਡੇ ਪਰਿਵਾਰ ਬਾਰੇ, ਜਿਸ ਨੂੰ ਆਪਾਂ ਲਾਣਾ ਵੀ ਕਹਿ ਸਕਦੇ ਹਾਂ, 4 ਜਾਂ 5 ਭਰਾਵਾਂ ਦੇ ਅੱਗੇ ਪਰਿਵਾਰਾਂ ਦੀ ਵਾਰਤਾ ਹੈ। ਲੁਧਿਆਣੇ ਤੋਂ 20 ਕੁ ਕਿਲੋਮੀਟਰ ਦੀ ਦੂਰੀ 'ਤੇ ਇੱਕ ਪ੍ਰਮੁੱਖ ਸੜਕ 'ਤੇ ਵਸੇ ਪਿੰਡ ਵਿੱਚ ਰਹਿੰਦੇ ਹਨ। ਉਸ ਵੇਲੇ ਵੀ ਇਲਾਕੇ ਵਿੱਚ ਇਹ ਮੰਨਿਆ ਪਰਮੰਨਿਆ ਅਤੇ ਅਸਰ ਰਸੂਖ ਵਾਲਾ ਪਰਿਵਾਰ ਸੀ। ਪਿੰਡ ਦੀ ਸਰਪੰਚੀ, ਗੁਰੂ ਘਰ ਦੀ ਪ੍ਰਧਾਨਗੀ ਅਤੇ ਹੋਰ ਕਿਸੇ ਨਾ ਕਿਸੇ ਰਾਜਸੀ ਦਲ ਵਿੱਚ ਇਸ ਦਾ ਪਰਿਵਾਰ ਦਾ ਕੋਈ ਜੀ ਇਲਾਕੇ ਪੱਧਰ ਦਾ ਅਹੁਦੇਦਾਰ ਹੁੰਦਾ ਸੀ। ਉਹਨਾਂ ਦੀ ਚੰਗੀ ਜ਼ਿੰਮੇਦਾਰੀ ਹੈ। ਟਰੱਕਾਂ ਦਾ ਧੰਦਾ ਤੇ ਅੱਡੇ ਵਿੱਚ ਵੀ ਦੁਕਾਨਾਂ ਹਨ। ਇੱਕ ਵੱਡਾ ਢਾਬਾ ਵੀ ਚੱਲਦਾ ਹੈ। ਖਾਂਦਾ ਪੀਂਦਾ ਪਰਿਵਾਰ ਹੈ ਅਤੇ ਕਈ ਬੱਚੇ ਬਾਹਰ ਵੀ ਗਏ ਹਨ। ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਖਾਲਿਸਤਾਨੀ ਭਾਵਨਾ ਦੇ ਧਾਰਕ ਹਨ। ਸਦਾ ਗਰੀਬ ਗੁਰਬੇ ਦੀ ਮਦਦ ਵਿੱਚ ਖੜ੍ਹਦੇ ਹਨ। ਭਾਵੇਂ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਰਹਿੰਦੀ ਹੈ। ਕੰਮ ਕਾਜਾਂ ਅਤੇ ਲੋੜ ਲਈ ਇਹਨਾਂ ਦੇ ਸਰਕਾਰੀ ਦਰਬਾਰੇ ਚੰਗੇ ਸਬੰਧ ਹਨ, ਪਰ ਅੰਦਰੋਂ ਇਹਨਾਂ ਦੀ ਖਸਲਤ ਲੜਨ ਵਾਲੀ ਜੰਗਜੂ ਹੈ। ਪਰਿਵਾਰਾਂ ਦੇ ਜ਼ਿਆਦਾ ਜੀ ਅੰਮ੍ਰਿਤਧਾਰੀ ਹਨ। ਮੈਂ ਇਸ ਲਾਣੇ ਨੂੰ ਸੰਨ 1988 ਤੋਂ ਜਾਣਦਾ ਹਾਂ, ਜਦੋਂ ਮੈਂ ਬਾਈ ਸ਼ਿੰਦੇ KCF ਦੇ ਨਾਲ ਇਹਨਾਂ ਦੇ ਕੋਲ ਰਿਹਾ। ਬਾਈ ਸੁਰਿੰਦਰ ਸਿੰਘ ਸ਼ਿੰਦਾ ਸ਼ਾਹਬਾਜ਼ਪੁਰ, ਭਾਈ ਗੁਰਜੀਤ ਸਿੰਘ ਫੈਡਰੇਸ਼ਨ, ਕੰਵਰਜੀਤ ਸਿੰਘ ਸੁਲਤਾਨਵਿੰਡ ਤੇ ਲਿਬਰੇਸ਼ਨ ਦੇ ਜਸਪਾਲ ਸਿੰਘ ਫੌਜੀ ਦਾ ਇਹਨਾਂ ਕੋਲ ਆਉਣਾ ਜਾਣਾ ਸੀ। ਇਹ ਦਸਵੰਧ ਵੀ ਕੱਢਦੇ ਸਨ। ਇਹਨਾਂ ਦੀਆਂ ਗੱਡੀਆਂ ਵੀ ਸਿੰਘ ਵਰਤਦੇ ਰਹਿੰਦੇ ਸਨ ਅਤੇ ਹੋਰ ਕੋਈ ਵੀ ਕੰਮ ਹੋਵੇ ਇਹ ਨਾਲ ਜਾ ਕੇ ਕਰਵਾ ਆਉਂਦੇ ਸਨ। ਫਿਰ 1991 ਵਿੱਚ ਲੁਧਿਆਣਾ ਪੁਲਿਸ ਨੂੰ ਇਹਨਾਂ ਬਾਰੇ ਪਤਾ ਲੱਗ ਗਿਆ ਤਾਂ 2-3 ਸਾਲ ਪੁਲਿਸ ਦੇ ਕਹਿਰ ਦਾ ਚੱਕਰ ਚੱਲਿਆ। ਇਹਨਾਂ ਵਿੱਚੋਂ 3 ਭਰਾਵਾਂ ਅਤੇ 2 ਮੁੰਡਿਆਂ 'ਤੇ ਬਹੁਤ ਤਸ਼ੱਦਦ ਹੋਇਆ। 2 ਜਣਿਆਂ ਉੱਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਪੁਲਿਸ ਨੇ ਇਹਨਾਂ ਦੇ ਕੰਮਕਾਜ ਦਾ ਵੀ ਬਹੁਤ ਨੁਕਸਾਨ ਕੀਤਾ। ਟਰੈਕਟਰ ਅਤੇ 2 ਗੱਡੀਆਂ ਵਾਪਸ ਨਹੀਂ ਮੋੜੀਆਂ। ਮੁਕਾਬਲਾ ਨਾ ਬਣਾਉਣ ਦਾ ਵੀ ਉਹਨਾਂ ਦਿਨਾਂ ਵਿੱਚ 10-15 ਲੱਖ ਰੁਪਇਆ ਲੈ ਲਿਆ। ਇਹਨਾਂ ਵਿੱਚੋਂ ਇੱਕ ਭਰਾ, ਜਿਸ 'ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ ਸੀ, ਉਹ ਘਰ ਆ ਕੇ ਮੰਜੇ ਤੋਂ ਨਹੀਂ ਉੱਠਿਆ। 2 ਕੁ ਸਾਲ ਬਾਅਦ ਉਸ ਦੀ ਮੌਤ ਹੋ ਗਈ। ਜਦੋਂ ਮੈਨੂੰ ਫੜਨ ਮਗਰੋਂ ਪਹਿਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਤਾਂ ਉਸ ਵਕਤ ਕਾਫੀ ਲੋਕ ਦੇਖਣ ਆਏ। ਉਹਨਾਂ ਲੋਕਾਂ ਵਿੱਚ ਇੱਕ ਭਰਾ ਇਹਨਾਂ ਵਿੱਚੋਂ ਵੀ ਸੀ, ਜੋ ਮੇਰੇ ਵੱਲ ਦੇਖ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਉਹ ਬਾਅਦ ਵਿੱਚ ਮੇਰੀ ਮੁਲਾਕਾਤ 'ਤੇ ਸਮੇਤ ਪਰਿਵਾਰ ਆਉਂਦੇ ਰਹਿੰਦੇ ਸਨ। ਸਿੰਘਾਂ ਲਈ ਘਿਓ, ਬਦਾਮ, ਪੰਜੀਰੀ ਵਗੈਰਾ ਲੈ ਕੇ ਆਉਂਦੇ ਰਹੇ। ਉਹਨਾਂ ਨੇ ਮੁਲਾਕਾਤਾਂ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਤਸ਼ੱਦਦ ਦਾ ਦੌਰ ਚੱਲਿਆ, ਪਰ ਹੁਣ ਉਹ ਫਿਰ ਗੁਰੂ ਦੀ ਕਿਰਪਾ ਨਾਲ ਪੈਰਾਂ 'ਤੇ ਹੋ ਗਏ ਹਨ। ਜਦੋਂ ਮੈਂ ਕਿਹਾ ਕਿ ਤੁਹਾਡਾ ਬਹੁਤ ਨੁਕਸਾਨ ਹੋਇਆ, ਤੁਸੀਂ ਬਹੁਤ ਸੇਵਾ ਕੀਤੀ, ਤਾਂ ਉਹਨਾਂ ਨਾਲ ਹੀ ਉਹਨਾਂ ਦੀ ਮਾਤਾ, ਜੋ ਬਿਰਧ ਹੋ ਗਈ ਸੀ, ਨੇ ਕਿਹਾ, ਫੇਰ ਕੀ ਹੋਇਆ, ਸਿੰਘਾਂ ਨਾਲ ਤਾਂ ਐਵੇਂ ਹੀ ਬੀਤਦੀ ਰਹੀ ਹੈ। ਤੇਰੇ ਤੋਂ ਸਿਵਾ ਹੋਰ ਜਿੰਨੇ ਵੀ ਸਿੰਘ ਘਰ ਗਏ ਸੀ ਉਹ ਸਾਰੇ ਹੀ ਗੁਰੂ ਨੂੰ ਪਿਆਰੇ ਹੋ ਗਏ। ਗੁਰੂ ਕਿਰਪਾ ਨਾਲ ਅਸੀਂ ਜਿਉਂਦੇ ਵਸਦੇ ਹਾਂ। ਫਿਰ ਜਦੋਂ ਮੈਂ ਬਾਹਰ ਆਇਆ, ਉਹ ਕਈ ਵਾਰ ਘਰ ਮਿਲਣ ਆਏ ਤੇ ਕਿਹਾ, ਕਿਸੇ ਵੀ ਤਰ੍ਹਾਂ ਦੀ ਸੇਵਾ ਹੋਵੇ ਅਸੀਂ ਹਾਜ਼ਰ ਹਾਂ। ਜਦੋਂ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਖਾਲਸਾ ਦਲ ਬਣਾਇਆ ਤਾਂ ਉਹ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਪੁੱਜੇ ਅਤੇ ਫਿਰ 12 ਫਰਵਰੀ ਨੂੰ ਸੰਤ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਮਾਨ ਦਲ ਵੱਲੋਂ ਰੱਖੇ ਗਏ ਸਮਾਗਮ 'ਤੇ ਉਹ ਮਿਲੇ ਅਤੇ ਦੱਸਿਆ ਕਿ ਉਹ ਹਰ ਸਾਲ ਇਸ ਵੇਲੇ ਇੱਕ ਬੱਸ ਲੈ ਕੇ ਆਉਂਦੇ ਹਨ। ਆਪਣੇ ਇਲਾਕੇ ਵਿੱਚ ਮਾਨ ਸਾਹਿਬ ਦੀ ਜਾਂ ਕਿਸੇ ਵੀ ਖਾਲਿਸਤਾਨੀ ਧਿਰ ਜਾਂ ਸੰਤ ਜੀ ਨਾਲ ਸੰਬੰਧਿਤ ਧਿਰਾਂ ਦੀ ਮਦਦ ਕਰਨੀ ਹੋਵੇ ਜਾਂ ਉਹਨਾਂ ਨੇ ਕੋਈ ਕੰਮ ਕਰਨਾ ਹੋਵੇ ਤਾਂ ਸਾਰੀ ਜ਼ਿੰਮੇਵਾਰੀ ਇਹ ਪਰਿਵਾਰ ਹੀ ਲੈ ਲੈਂਦਾ ਹੈ, ਪੈਸਿਆਂ ਦੀ, ਗੱਡੀ ਦੀ, ਲੰਗਰ ਦੀ ਅਤੇ ਬੰਦਿਆਂ ਦੀ। ਗੱਲ ਕੀ ਪੰਜਾਬ ਵਿੱਚ ਕਿਤੇ ਵੀ ਸੰਤ ਜੀ ਨਾਲ ਸੰਬੰਧਿਤ, ਸ਼ਹੀਦ ਸਿੰਘਾਂ ਨਾਲ ਸੰਬੰਧਿਤ ਕੋਈ ਵੀ ਸਮਾਗਮ ਹੋਵੇ ਤਾਂ ਇਹ ਲਾਣਾ ਆਪਣੀ ਹਾਜ਼ਰੀ ਜ਼ਰੂਰ ਲਗਵਾਉਂਦਾ ਹੈ। ਹੁਣ ਇਹਨਾਂ ਦਾ ਇੱਕ ਹਿੱਸਾ ਕੈਨੇਡਾ ਚਲਿਆ ਗਿਆ ਹੈ ਤੇ ਆਰਥਿਕ ਹਾਲਤ ਵੀ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ, ਪਰ ਇਹਨਾਂ ਨੇ ਆਪਣਾ ਖਾਸਾ ਨਹੀਂ ਬਦਲਿਆ।
ਜਦੋਂ ਸ਼੍ਰੋਮਣੀ ਖਾਲਸਾ ਦਲ ਤੇ ਮਾਨ ਦਲ 2006 ਵਿੱਚ ਇਕੱਠੇ ਹੋਏ ਤਾਂ ਇਹਨਾਂ ਦਾ ਇੱਕ ਪੁੱਤਰ ਆਪਣੇ 5-6 ਸਾਥੀਆਂ ਨਾਲ ਸ੍ਰੀ ਅੰਮ੍ਰਿਤਸਰ ਪਹੁੰਚਿਆ ਹੋਇਆ ਸੀ। ਉਸਨੇ ਕਿਹਾ ਕਿ ਸਾਰਾ ਪਰਿਵਾਰ ਬਹੁਤ ਖੁਸ਼ ਹੈ। ਇਲਾਕੇ ਵਿੱਚ ਕਿਸਾਨ ਜਥੇਬੰਦੀਆਂ ਜਾਂ ਮਜ਼ਦੂਰ ਜਥੇਬੰਦੀਆਂ ਦੀ ਇਹ ਸਦਾ ਆਰਥਿਕ ਤੌਰ 'ਤੇ ਮਦਦ ਕਰਦੇ ਅਤੇ ਸਦਾ ਉਹਨਾਂ ਨਾਲ ਖੜ੍ਹਦੇ ਹਨ। ਮਾਨ ਸਾਹਿਬ ਵੱਲੋਂ ਹਰ ਚੋਣ ਵਿੱਚ ਬੰਦੇ ਖੜਾਏ ਜਾਂਦੇ ਹਨ। ਪਤਾ ਹੋਣ ਦੇ ਬਾਵਜੂਦ ਕਿ ਹਾਰ ਹੀ ਹੋਣੀ ਹੈ, ਇਹਨਾਂ ਨੇ ਸਦਾ ਉਹਨਾਂ ਦੀ ਮਦਦ ਕਰਨੀ ਹੈ। ਇੱਕ ਵਾਰ ਇਹਨਾਂ 'ਚੋਂ ਇੱਕ ਬਜ਼ੁਰਗ ਨੇ ਕਿਹਾ ਕਿ ਤੁਸੀਂ ਮਾਨ ਸਾਹਿਬ ਨੂੰ ਸਮਝਾਓ ਕਿ ਉੱਥੇ ਹੀ ਲੜੋ ਜਿੱਥੇ ਜ਼ਮੀਨ 'ਤੇ ਕੁਝ ਹੋਵੇ। ਵਾਰ-ਵਾਰ ਹਾਰਨ ਲਈ ਲੜੀ ਜਾਣਾ ਇਹ ਸਿਆਣਪ ਨਹੀਂ। ਜਦੋਂ ਪੰਜਾਬ ਵਿੱਚ ਨਕਸਲੀ ਲਹਿਰ ਚੱਲੀ ਤਾਂ ਇਹਨਾਂ ਕੋਲ ਉਹਨਾਂ ਦਾ ਆਉਣ ਜਾਣ ਸੀ। ਇੱਕ ਨਕਸਲੀ ਬਾਬਾ ਤਾਂ ਕਈ ਸਾਲ ਇਹਨਾਂ ਕੋਲ ਹੀ ਰਿਹਾ। ਅਕਾਲੀ ਦਲ ਨੇ ਜਦੋਂ ਵੀ ਕੋਈ ਮੋਰਚਾ ਲਾਇਆ ਤਾਂ ਇਸ ਲਾਣੇ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ ਤੇ ਜੇਲ੍ਹਾਂ ਵੀ ਕੱਟੀਆਂ। ਸੰਤ ਜਰਨੈਲ ਸਿੰਘ ਜੀ ਹੋਰਾਂ ਦੇ ਅੱਗੇ ਆਉਣ ਨਾਲ ਇਹ ਲਾਣਾ ਉਹਨਾਂ ਦਾ ਪੱਕਾ ਸੇਵਕ ਬਣ ਗਿਆ ਅਤੇ ਉਦੋਂ ਤੋਂ ਅੱਜ ਤੱਕ ਦਮਦਮੀ ਟਕਸਾਲ ਦੀ ਹਰ ਤਰ੍ਹਾਂ ਸੇਵਾ ਵਿੱਚ ਰਹੇ। ਹੁਣ ਵੀ 6 ਜੂਨ ਨੂੰ ਇਹ ਚੌਂਕ ਮਹਿਤੇ ਹਾਜ਼ਰੀ ਜ਼ਰੂਰ ਲਗਵਾਉਂਦੇ ਹਨ। ਇਸ ਬਾਬਤ ਉਸ ਸਿੰਘ ਨੇ ਕਿਹਾ ਕਿ ਭਾਵੇਂ ਬਾਬਾ ਹਰਨਾਮ ਸਿੰਘ ਨਾਲ ਸਾਡੇ ਕਈ ਮਤਭੇਦ ਹਨ, ਪਰ ਉਹ ਦਮਦਮੀ ਟਕਸਾਲ ਦਾ ਮੁਖੀ ਹੈ, ਇਸ ਲਈ ਅਸੀਂ ਸਦਾ ਸੇਵਾ ਵਿੱਚ ਹਾਜ਼ਰ ਹਾਂ। ਜੂਨ 84 ਵੇਲੇ ਇਹਨਾਂ ਨੇ ਆਪਣੇ ਇਲਾਕੇ ਵਿੱਚ ਜਿਸ ਤਰ੍ਹਾਂ ਵਿਰੋਧ ਵਿਖਾਇਆ ਜਾ ਸਕਦਾ ਸੀ ਉਸ ਤਰ੍ਹਾਂ ਹੀ ਕੀਤਾ। 6 ਜੂਨ ਨੂੰ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਹਾਜ਼ਰੀ ਜ਼ਰੂਰ ਲਗਵਾਉਣੀ ਹੁੰਦੀ ਹੈ ਅਤੇ ਇੱਥੇ ਹਰ ਸਾਲ ਇਹਨਾਂ ਨਾਲ ਮੁਲਾਕਾਤ ਹੁੰਦੀ ਹੀ ਹੈ। ਇਹਨਾਂ ਦਾ ਸਿਦਕ ਬੜਾ ਤਗੜਾ ਹੈ ਅਤੇ ਬੜੇ ਸਬਰ ਵਾਲੇ ਹਨ। ਹਾਲੇ ਵੀ ਜੇ ਕਿਤੋਂ ਕੋਈ ਖਾਲਸੇ ਦੀ ਚੜ੍ਹਦੀ ਕਲਾ ਦੀ ਖਬਰ ਜਾਂ ਸੂਹ ਆਉਂਦੀ ਹੈ ਤਾਂ ਉੱਥੇ ਹੀ ਪਹੁੰਚ ਜਾਂਦੇ ਹਨ। ਜਥੇਦਾਰ ਗੁਰਜੰਟ ਸਿੰਘ ਜਾਂ ਵੀਰ ਜਿੰਦੇ ਸੁੱਖੇ ਦੀ ਬਰਸੀ ਹੋਵੇ, 6 ਜੂਨ ਹੋਵੇ, 12 ਫਰਵਰੀ ਹੋਵੇ, ਦਲ ਖਾਲਸਾ ਵੱਲੋਂ ਕੋਈ ਖਾਲਿਸਤਾਨ ਸੰਬੰਧੀ ਮਾਰਚ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਸੱਦਾ ਹੋਵੇ, ਜਗਤਾਰ ਸਿੰਘ ਹਵਾਰਾ ਵੱਲੋਂ ਸੱਦਾ ਹੋਵੇ, ਦਮਦਮੀ ਟਕਸਾਲ ਵੱਲੋਂ ਕੋਈ ਸਮਾਗਮ ਹੋਵੇ, ਇਹ ਹਰ ਥਾਂ ਹਾਜ਼ਰ ਹੁੰਦੇ ਹਨ। ਸਾਰੇ ਹੀ ਜਥਿਆਂ ਤੇ ਜਥੇਬੰਦੀਆਂ ਨਾਲ ਇਹਨਾਂ ਦੇ ਸਬੰਧ ਹਨ, ਪਰ ਇਹ ਕਿਸੇ ਜਥੇਬੰਦੀ ਵਿੱਚ ਨਹੀਂ ਆਉਂਦੇ। ਇਹਨਾਂ ਨੇ ਪਤਾ ਨਹੀਂ ਕਿਵੇਂ ਇਹ ਸਹੀ ਪਛਾਣ ਕਰ ਲਈ ਹੈ ਕਿ ਅਸਲ ਜਥੇਬੰਦੀ ਤਾਂ ਖਾਲਸਾ ਪੰਥ ਹੀ ਹੈ। ਕੋਈ ਵੀ ਜੇ ਆਜ਼ਾਦੀ ਤੇ ਸਿੱਖੀ ਨੂੰ ਲੈ ਕੇ ਕੋਈ ਸੰਘਰਸ਼ ਦੀ ਗੱਲ ਕਰਦਾ ਹੈ ਤਾਂ ਇਹ ਆਪਣਾ ਫਰਜ਼ ਸਮਝਦੇ ਹਨ, ਉਸ ਨਾਲ ਜਾ ਕੇ ਖੜਨਗੇ, ਭਾਵੇਂ ਕਈ ਵਾਰ ਪਿੱਛੋਂ ਪੱਲੇ ਨਮੋਸ਼ੀ ਹੀ ਪੈਂਦੀ ਹੈ, ਕਿਉਂਕਿ ਅੱਜ ਕੱਲ੍ਹ ਕੁਝ ਲੋਕ ਇਹ ਕੰਮ ਦਿਖਾਵੇ ਵਜੋਂ ਹੀ ਕਰ ਰਹੇ ਹਨ। ਇਸ ਲਾਣੇ ਦਾ ਦਿਲ ਬਹੁਤ ਸਾਫ਼ ਹੈ। ਇਹਨਾਂ ਨੂੰ ਕਿਸੇ ਵਿੱਚ ਵਲ ਅਤੇ ਭੇਖ ਨਹੀਂ ਦਿਖਦਾ। ਇਹ ਸਭ ਨੂੰ ਆਪਣੇ ਵਰਗਾ ਹੀ ਸਮਝਦੇ ਹਨ ਤੇ ਹਰ ਇਹੋ ਜਿਹੇ ਸੱਦੇ ਵਿੱਚੋਂ ਇਹਨਾਂ ਨੂੰ ਪੰਥ ਦੀ ਚੜ੍ਹਦੀ ਕਲਾ ਦੀ ਤਲਾਸ਼ ਹੁੰਦੀ ਹੈ। ਇਹ ਪੈਸਾ ਖਰਚ ਕੇ ਗੱਡੀਆਂ ਕਰਕੇ ਨਾਲ ਬੰਦਿਆਂ ਨੂੰ ਲੈ ਕੇ ਜਾਂਦੇ ਹਨ, ਪੂਰੀ ਤਰ੍ਹਾਂ ਉਸ ਕੋਸ਼ਿਸ਼ ਵਿੱਚ ਸ਼ਾਮਲ ਹੋ ਜਾਂਦੇ ਹਨ ਤੇ ਜਦੋਂ ਉਸ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ ਮਾਯੂਸ ਹੋ ਕੇ ਵਾਪਸ ਆ ਜਾਂਦੇ ਹਨ। ਜਦੋਂ ਸਿਰਸੇ ਵਾਲੇ ਸਾਧ ਦੇ ਵਿਰੁੱਧ ਸੰਘਰਸ਼ ਚੱਲਿਆ ਤਾਂ ਹਰ ਜਗ੍ਹਾ ਇਹਨਾਂ ਨੇ ਸਾਡਾ ਸਾਥ ਆਪਣੇ ਜਥੇ ਨਾਲ ਦਿੱਤਾ। ਜਦੋਂ ਦਮਦਮੀ ਟਕਸਾਲ ਪਿੱਛੇ ਹਟ ਗਈ ਤੇ ਅਕਾਲੀ ਦਲ ਅੰਮ੍ਰਿਤਸਰ ਤੇ ਸਾਡਾ ਤੋੜ ਵਿਛੋੜਾ ਹੋ ਗਿਆ ਤਾਂ ਇਹਨਾਂ 'ਚੋਂ ਇੱਕ ਬਜ਼ੁਰਗ ਜੋ ਹੁਣ ਨਹੀਂ ਰਿਹਾ, ਉਸ ਦਾ ਕਹਿਣਾ ਸੀ ਕਿ ਇਹ ਬਹੁਤ ਮਾੜਾ ਹੋਇਆ। ਮੈਂ ਕਿਹਾ ਕਿ ਹੋਇਆ ਤਾਂ ਬਹੁਤ ਮਾੜਾ, ਪਰ ਆਪਾਂ ਕੀ ਕਰ ਸਕਦੇ ਹਾਂ। ਅਖੀਰ ਤੱਕ 2009 ਵਿੱਚ ਮੇਰੇ ਫੜੇ ਜਾਣ ਤੱਕ ਉਹ ਸੰਘਰਸ਼ ਨਾਲ ਜੁੜੇ ਰਹੇ। ਫਿਰ ਰਾਜੋਆਣਾ ਦੀ ਫਾਂਸੀ ਦੇ ਸੰਘਰਸ਼ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਸੀ। ਜਦੋਂ ਬੇਅਦਬੀ ਵਾਲਾ ਸੰਘਰਸ਼ ਹੋਇਆ ਤਾਂ ਆਪਣੇ ਇਲਾਕੇ ਵਿੱਚ ਇਹਨਾਂ ਜ਼ਿੰਮੇਵਾਰੀ ਸੰਭਾਲੀ ਹੋਈ ਸੀ। ਬਰਗਾੜੀ ਸ਼ਹੀਦੀ ਸਮਾਗਮ ਵਿੱਚ ਇਹ ਸਾਡੇ ਨਾਲ ਹੀ ਗਏ। ਸਮਾਗਮ ਖਤਮ ਹੋਣ ਤੋਂ ਬਾਅਦ ਇਹਨਾਂ ਨੂੰ ਮਹਿਸੂਸ ਹੋਇਆ ਕਿ ਸੰਘਰਸ਼ ਖਤਮ ਹੋ ਗਿਆ ਹੈ ਅਤੇ ਵਾਪਸ ਮਾਯੂਸ ਹੀ ਆਏ। ਮੈਂ ਉਹਨਾਂ ਨੂੰ ਅਸਲੀਅਤ ਬਾਰੇ ਦੱਸਿਆ, ਪਰ ਉਹ ਫਿਰ ਵੱਧ ਚੜ੍ਹ ਕੇ ਉੱਥੇ ਪਹੁੰਚੇ। ਜਦੋਂ ਗੁਰਬਖਸ਼ ਸਿੰਘ ਦਾ ਮੋਰਚਾ ਲੱਗਿਆ ਤਾਂ ਮੈਨੂੰ ਬਾਹਰਲੇ ਸਿੰਘਾਂ ਦੇ ਬਹੁਤ ਕਹਿਣ ਕਰਕੇ ਉੱਥੇ ਜਾਣਾ ਪਿਆ। ਉੱਥੇ ਇਹਨਾਂ ਨੇ ਅੱਗੇ ਲੰਗਰ ਦੀ ਸੇਵਾ ਸੰਭਾਲੀ ਹੋਈ ਸੀ। ਆਖਰੀ ਵਾਰ ਇਹ ਬਰਗਾੜੀ ਮੋਰਚੇ ਵੇਲੇ ਮੇਰੇ ਕੋਲ ਆਏ। ਮੈਨੂੰ ਉੱਥੇ ਜਾਣ ਬਾਰੇ ਤਾਂ ਨਹੀਂ ਕਿਹਾ, ਪਰ ਇਹ ਦੱਸਿਆ ਕਿ ਲੋਕਾਂ ਵਿੱਚ ਬਹੁਤ ਜੋਸ਼ ਤੇ ਉਮੀਦ ਹੈ, ਪਰ ਸਾਨੂੰ ਪਤਾ ਹੈ ਕਿ ਜਿਹੜੇ ਬੰਦੇ ਅੱਗੇ ਲੱਗੇ ਹਨ ਉਹਨਾਂ ਦਾ ਕੋਈ ਭਰੋਸਾ ਨਹੀਂ। ਇਹ ਸਾਰੀ ਵਾਰਤਾ ਇਸ ਕਰਕੇ ਕੀਤੀ ਹੈ ਕਿ ਇਹੋ ਜਿਹੇ ਸਿੰਘ ਤੇ ਪਰਿਵਾਰ ਹਰ ਇਲਾਕੇ ਵਿੱਚ ਹਨ ਅਤੇ ਇਹਨਾਂ ਨੇ ਸਦਾ ਹੀ ਪੰਥ ਦੀ ਸੇਵਾ ਕੀਤੀ ਹੈ ਅਤੇ ਸਦਾ ਹੀ ਪੰਥ ਦੀ ਸੇਵਾ ਵਿੱਚ ਹਾਜ਼ਰ ਰਹੇ ਹਨ। ਪੰਥ ਦੀ ਚੜ੍ਹਦੀ ਕਲਾ ਦੀ ਉਡੀਕ ਵਿੱਚ ਸਦਾ ਹੀ ਸੰਘਰਸ਼ਸ਼ੀਲ ਰਹੇ ਹਨ। ਇਹ ਕਿਸੇ ਜਥੇਬੰਦੀ ਦੇ ਜੀ ਨਹੀਂ
ਤੇ ਨਾ ਹੀ ਇਹਨਾਂ ਨੂੰ ਕੋਈ ਬਹੁਤੇ ਲੋਕ ਜਾਣਦੇ ਹਨ। ਆਪਣੇ ਆਪਣੇ ਇਲਾਕੇ ਵਿੱਚ ਇਹਨਾਂ ਨੇ ਪੰਥ ਦਾ ਦਰਦ ਸੰਭਾਲਿਆ ਹੋਇਆ ਹੈ ਤੇ ਖਾਲਸਾ ਰਾਜ ਦੀ ਉਡੀਕ ਵਿੱਚ ਰਹਿੰਦੇ ਹਨ। ਇਹੋ ਜਿਹੇ ਪਰਿਵਾਰਾਂ ਦੇ ਯੋਗਦਾਨ ਬਿਨਾਂ ਕੋਈ ਵੀ ਸੰਘਰਸ਼ ਚੱਲ ਨਹੀਂ ਸਕਦਾ। ਸਿੱਖ ਸੰਘਰਸ਼ ਨੂੰ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਤੇ ਰਹੇਗੀ। ਬਜ਼ੁਰਗ ਹਿੰਦੂ ਜੋੜਾ। ਸ਼ੇਰ ਸਿੰਘ ਸ਼ੇਰ ਫੈਡਰੇਸ਼ਨ ਨੇ ਦੁਰਾਹੇ ਵਿੱਚ ਇੱਕ ਬਜ਼ੁਰਗ ਹਿੰਦੂ ਪਰਿਵਾਰ ਤੋਂ 2 ਕਮਰਿਆਂ ਵਾਲਾ ਘਰ ਕਿਰਾਏ ਤੇ ਲਿਆ ਹੋਇਆ ਸੀ। ਉਸ ਵੇਲੇ ਉਹਨੇ ਆਪਣੀ ਪਛਾਣ ਸਤਲੁਜ ਜਮਨਾ ਨਹਿਰ ਉੱਤੇ ਕੰਮ ਕਰਨ ਵਾਲੇ ਇੰਜੀਨੀਅਰ ਦੀ ਬਣਾਈ ਹੋਈ ਸੀ। ਉਹਦੀ ਇਸ ਠਾਰ ਬਾਰੇ ਸ਼ਾਇਦ ਹੀ ਹੋਰ ਕਿਸੇ ਸਿੰਘ ਨੂੰ ਪਤਾ ਹੋਵੇ। ਇਹ ਥਾਂ ਉਹਨੇ ਮੈਨੂੰ ਇੱਕ ਵਾਰ ਵਿਖਾਈ ਸੀ। ਮੈਂ ਇੱਕ ਰਾਤ ਇੱਥੇ ਰਿਹਾ ਸੀ ਅਤੇ 3 ਵਾਰ ਇੱਥੇ ਉਹਨੂੰ ਮਿਲਿਆ ਵੀ ਸੀ। ਦੋਵੇਂ ਬਜ਼ੁਰਗ ਉਹਨੂੰ ਆਪਣੇ ਬੇਟੇ ਵਾਂਗ ਹੀ ਸਮਝਦੇ ਸਨ। ਉਹ ਜਦੋਂ ਉੱਥੇ ਹੁੰਦਾ ਤਾਂ ਰੋਟੀ ਵੀ ਉਹਨਾਂ ਕੋਲ ਹੀ ਖਾਂਦਾ ਸੀ। ਉਹਨਾਂ ਦੇ ਸਾਰੇ ਕੰਮ ਵੀ ਇੱਕ ਪੁੱਤਰ ਵਾਂਗ ਹੀ ਕਰਦਾ ਸੀ। ਸੰਘਰਸ਼ ਦੀ ਲੋੜ ਮੁਤਾਬਕ ਉਹ ਥਾਂ ਸੱਚਮੁੱਚ ਹੀ ਮਹਿਫੂਜ਼ ਸੀ। ਉਹਦੀ ਸ਼ਹਾਦਤ ਤੋਂ 2 ਮਹੀਨੇ ਬਾਅਦ ਮੈਂ ਕਿਸੇ ਸਿੰਘ ਨੂੰ ਉਸ ਬਜ਼ੁਰਗ ਜੋੜੇ ਕੋਲ ਭੇਜਿਆ ਕਿ ਹੁਣ ਉਹਨਾਂ ਨੂੰ ਸੱਚ-ਸੱਚ ਦੱਸ ਦਿੱਤਾ ਜਾਵੇ, ਕਿਉਂਕਿ ਮੈਂ ਵੇਖਿਆ ਕਿ ਉਹਨਾਂ ਦਾ ਉਹ ਸਿੰਘ ਨਾਲ ਬਹੁਤ ਲਗਾਓ ਸੀ। ਉਹ ਸਿੰਘ ਨੇ ਵਾਪਸ ਆ ਕੇ ਦੱਸਿਆ ਕਿ ਉਹ ਬਜ਼ੁਰਗ ਉਹਦੇ ਲਈ ਬਹੁਤ ਪਰੇਸ਼ਾਨ ਸਨ। ਉਹਨਾਂ ਨੇ ਸੱਚਮੁੱਚ ਪੁੱਤਰ ਵਾਂਗ ਹੀ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਕਈ ਦਿਨ ਨਾ ਆਇਆ ਤਾਂ ਉਹਨਾਂ ਨੇ ਸ਼ੇਰ ਸਿੰਘ ਵੱਲੋਂ ਦੱਸੀ ਹੋਈ ਕੰਮ ਵਾਲੀ ਥਾਂ ਉੱਤੇ ਵੀ ਉਹਦਾ ਪਤਾ ਕੀਤਾ। ਉਹਨਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਕਿਉਂਕਿ ਉਸ ਨਾਂ ਦਾ ਕੋਈ ਬੰਦਾ ਵੀ ਉੱਥੇ ਕੰਮ ਨਹੀਂ ਸੀ ਕਰਦਾ। ਉਹਨਾਂ ਨੇ ਆਪਣੇ ਆਪ ਨੂੰ ਧਰਵਾਸਾ ਦੇਣ ਲਈ ਅਤੇ ਆਸੇ-ਪਾਸੇ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਵਿੱਚੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਨੌਜਵਾਨ ਹੁਣ ਬਾਹਰਲੇ ਮੁਲਕ ਚਲਾ ਗਿਆ ਹੈ। ਜਦੋਂ ਇਹ ਸਿੰਘ ਨੇ ਉਹਦੀ ਅਸਲੀ ਪਛਾਣ ਦੱਸ ਕੇ ਉਹਨਾਂ ਲਈ ਦਰਦਨਾਕ ਅਤੇ ਉਦਾਸ ਕਰਨ ਵਾਲੀ ਸ਼ਹੀਦੀ ਬਾਰੇ ਦੱਸਿਆ ਤਾਂ ਉਹ ਦੋਵੇਂ ਜਾਣੇ ਹੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਚੁੱਪ ਕਰਾਉਣ ਦੀ ਕੋਸ਼ਿਸ਼ ਤੋਂ ਬਾਅਦ ਉਹ ਸਿੰਘ ਉਹਨਾਂ ਨੂੰ ਰੋਂਦਿਆਂ ਛੱਡ ਕੇ ਵਾਪਸ ਆ ਗਿਆ। 18 ਬਾਰੇ ਸਾਂਝਾ ਨੁਕਤਾ। ਹਕੂਮਤਾਂ ਖਿਲਾਫ ਜੰਗਜੂ ਸੰਘਰਸ਼ਾਂ ਵਿੱਚ ਬਹੁਤ ਕੁਝ ਐਸਾ ਹੁੰਦਾ ਹੈ ਜੋ ਨਾ ਮੰਨਣ ਯੋਗ ਲੱਗਦਾ ਹੈ ਪਰ ਸੱਚ ਹੁੰਦਾ ਹੈ। ਸਰਕਾਰ ਦੇ ਜ਼ੁਲਮ ਅਤੇ ਰੂਹ-ਪੋਸ਼ ਜ਼ਿੰਦਗੀ ਦੀ ਜੱਦੋ-ਜਹਿਦ ਅਜਿਹੀਆਂ ਔਖੀਆਂ ਹਾਲਤਾਂ ਬਣਾ ਦਿੰਦੀਆਂ ਹਨ ਕਿ ਹਰ ਹਾਲਤ ਵਿੱਚ ਅੰਤ ਬੜਾ ਹੀ ਦਰਦਨਾਕ ਤੇ ਉਦਾਸ ਕਰਨ ਵਾਲਾ ਹੁੰਦਾ ਹੈ। ਹਰ ਕੋਈ ਆਪਣੀ ਮਰਜ਼ੀ ਨਾਲ ਭਗੌੜਾ ਨਹੀਂ ਹੁੰਦਾ। ਬਹੁਤ ਵਾਰ ਮਜਬੂਰਨ ਭਗੌੜਾ ਹੋਣਾ ਪੈਂਦਾ ਹੈ ਕਿਉਂਕਿ ਸਰਕਾਰ ਤਸ਼ੱਦਦ ਤੇ ਜਲਾਲਤ ਤੋਂ ਬਿਨਾਂ ਹੋਰ ਕਿਸੇ ਸੱਭਿਅਕ ਤਰੀਕੇ ਨਾਲ ਪੇਸ਼ ਹੀ ਨਹੀਂ ਆ ਰਹੀ ਹੁੰਦੀ। ਇਸ ਜਲਾਲਤ, ਤਸ਼ੱਦਦ ਤੇ ਮੌਤ ਦੇ ਡਰ ਕਾਰਨ ਬਹੁਤ ਲੋਕ ਸਦਾ ਲਈ ਭਗੌੜੇ ਹੋ ਜਾਂਦੇ ਹਨ ਤੇ ਐਸੇ ਰਾਹ 'ਤੇ ਤੁਰ ਪੈਂਦੇ ਹਨ ਜਿਹੜਾ ਨਾ ਉਹਨਾਂ ਨੇ ਚੁਣਿਆ ਹੁੰਦਾ ਹੈ ਤੇ ਨਾ ਹੀ ਉਹ ਉਸ 'ਤੇ ਤੁਰਨ ਦੇ ਯੋਗ ਹੁੰਦੇ ਹਨ। 18 ਵਾਲੇ ਲੋਕਾਂ ਦੇ ਬੇਘਰ ਅਤੇ ਬੇਦੇਸ਼ ਹੋਣ ਦੀ ਦਰਦ ਕਹਾਣੀ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਵਾਪਰੀ ਹੈ। ਕਈ ਲੋਕ ਬਚਣ ਲਈ ਕਿਤੇ ਦੂਰ ਨਿਕਲ ਜਾਂਦੇ ਹਨ ਜਾਂ ਕਈ ਡੇਰਿਆਂ 'ਤੇ ਚਲੇ ਜਾਂਦੇ ਹਨ। ਕੁਝ ਪਹੁੰਚ ਵਾਲੇ ਬਾਹਰ ਨਿਕਲ ਗਏ ਪਰ ਬਹੁਤ ਲੋਕ ਥਾਂ-ਥਾਂ ਧੱਕੇ ਖਾਂਦੇ ਰਹੇ ਅਤੇ ਪਿੱਛੋਂ ਘਰ ਤਬਾਹ ਹੋ ਗਏ। ਇਹੋ ਜਿਹੇ ਹਜ਼ਾਰਾਂ ਹੀ ਸਿੰਘ ਸਿੰਘਣੀਆਂ, ਬੱਚੇ, ਬਜ਼ੁਰਗ ਹੋਣਗੇ ਜਿਨ੍ਹਾਂ ਦੀ ਠਾਰ ਦਾ ਸਰਕਾਰ ਨੂੰ ਪਤਾ ਲੱਗ ਜਾਂਦਾ ਸੀ, ਜਿਸ ਕਰਕੇ ਉਹਨਾਂ ਨੇ ਕਿੰਨਾ ਸਮਾਂ ਬਾਹਰ ਰਹਿ ਕੇ ਕਸ਼ਟ ਝੱਲੇ। ਇਹਨਾਂ ਅਣਗਿਣਤ ਸਿੰਘਾਂ ਸਿੰਘਣੀਆਂ ਦੀ ਕਮਾਈ ਵੀ ਕੋਈ ਘੱਟ ਨਹੀਂ ਹੈ ਜਿਨ੍ਹਾਂ ਨੇ ਪਹਿਲਾਂ ਸੰਘਰਸ਼ ਲਈ ਆਪਣੇ ਘਰ-ਬਾਰ ਖੋਲ੍ਹੇ ਤੇ ਫਿਰ ਘਰੋਂ ਬੇਘਰ ਹੋ ਗਏ ਅਤੇ ਘਰ ਸਦਾ ਲਈ ਬੰਦ ਹੋ ਗਏ, ਪਰ ਇਹਨਾਂ ਨੇ ਸਰਕਾਰ ਦੀ ਈਨ ਨਹੀਂ ਮੰਨੀ। ਤੀਜਾ ਪਾਠ ਸਮਾਪਤ। ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ, ਲੇਖਕ ਭਾਈ ਦਲਜੀਤ ਸਿੰਘ, ਭਾਗ 13ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।